महंगाई ने गरीब आवाम की कमर तोड़ कर रख दी है। मज़दूर आदमी 2 वक्त की रोटी को तरस रहा है। हमारे साथ एक जूते पॉलिश करके रोज़ी कमाने वाला मौजूद है, जिसका कहना है कि उसके घर में फाकों की नौबत आ चुकी है। लोग अब जूते भी पॉलिश नहीं करवाते। तो हम उससे बात करते हैं, वो हमारे साथ मौजूद है। अच्छा जी, ਤੁਹਾਡਾ ਨਾਂ ਕੀ ਹੈ? ਮੁਹੰਮਦ ਸ਼ਬਾਜ। ਮੁਹੰਮਦ ਸ਼ਬਾਜ਼ ਜੀ, ਤੁਸੀਂ ਇਹ ਪਾਲਿਸ਼ ਕਰਦੇ ਹੋ? ਹਾਂਜੀ, ਪਾਲਿਸ਼ ਕਰਦੇ ਹਾਂ ਜੀ। ਲੋਕਾਂ ਦੀਆਂ ਲੱਤਾਂ ਘੁੱਟਦੇ ਆ, ਜੁੱਤੀਆਂ ਪਾਲਿਸ਼ ਕਰਦੇ ਆ, ਮਿਹਨਤ ਕਰਦੇ ਆ, ਮਜ਼ਦੂਰੀ ਕਰਦੇ ਆ। ਸਿਰਫ ਆ ਮਹਿੰਗਾਈ ਆ ਜੀ, ਉਹ ਸ਼ਾਮ ਨੂੰ ਚੁੱਲ੍ਹਾ ਨਹੀਂ ਚੱਲਦਾ। ਮਹਿੰਗਾਈ ਦਾ ਮਕਸਦ ਕੀ ਆ ਜੀ? ਗਰੀਬ ਆਦਮੀ ਕਿਹੜੇ ਪਾਸੇ ਜਾਣਾ ਚਾਹੀਦਾ ਵਾ? ਇਹ ਦੱਸੋ। ਤੇਲ ਲੈਣਾ ਉਹ ਵੀ ਮਹਿੰਗਾ, ਬਿਜਲੀ ਆ ਉਹ ਮਹਿੰਗੀ ਕਰਤੀ ਆ, ਹਰ ਚੀਜ਼ ਮਹਿੰਗਾਈ ਦੇ ਵਿੱਚ ਆ ਗਈ ਆ। ਕਿ ਜਿਸ ਘਰ ਦੇ 4 ਅਫਰਾਦ ਖਾਣ ਪੀਣ ਵਾਲੇ, ਕੋਈ ਬੱਚਾ ਬਿਮਾਰ ਹੋ ਸਕਦਾ, ਉਹਦਾ ਇਲਾਜ ਕਿਵੇਂ ਕਰਾਉਣਾ ਵਾ? ਅਗਰ ਕਿਸੇ ਨੇ ਜਾਣਾ ਵਾ ਮਰਗ ਸ਼ਰਗ 'ਤੇ, ਉਹ ਕਿਵੇਂ ਬੰਦਾ ਜਾ ਸਕਦਾ? ਨਹੀਂ ਜਾ ਪਹੁੰਚ ਸਕਦਾ। ਘਰ ਦਾ ਖਰਚਾ ਪੂਰਾ ਕਰੇ ਕਿ ਗਮੀ ਖੁਸ਼ੀ 'ਤੇ ਜਾਵੇ। ਸ਼ੁਕਰੀਆ ਜੀ, ਮਿਹਰਬਾਨੀ। ਫੌਤਗੀ 'ਤੇ ਵੀ ਜਾਣਾ ਹੋਵੇ ਤੇ ਬੰਦਾ ਹੁਣ ਨਹੀਂ ਜਾ ਸਕਦਾ? ਨਹੀਂ ਜਾ ਸਕਦਾ ਜੀ। ਰੌਲਾ ਇਹ ਆ ਵੀ ਉਹ ਇੱਕ ਫੌਤਗੀ ਕਿਤੇ ਦੂਰ ਵੀ ਹੋ ਜਾਂਦੀ ਆ, ਉਹਦੇ ਜਾਣ ਵਾਸਤੇ ਕਿਰਾਇਆ ਨਹੀਂ। ਅਗਰ ਕਿਰਾਇਆ 4000 ਕਿਰਾਇਆ ਲੱਗਦਾ ਜਾਂ 5 ਲੱਗਦਾ ਵਾ, ਉੱਥੇ ਬੰਦਾ ਕਿਵੇਂ ਉਹਦੀ ਫੌਤਗੀ 'ਤੇ ਪਹੁੰਚ ਸਕਦਾ ਵਾ? ਅੱਛਾ, ਤੁਸੀਂ ਇਹ ਜਿਹੜੀਆਂ ਜੁੱਤੀਆਂ ਪਾਲਿਸ਼ ਕਰਦੇ ਹੋ, ਹਾਂਜੀ, ਤੇ ਇਹ ਤੁਸੀਂ ਕਿੰਨੇ ਪੈਸੇ ਰੋਜ਼ ਕਮਾ ਲੈਂਦੇ ਹੋ? ਅਸੀਂ ਜੀ 500 600 700 ਰੁਪਈਆ ਕਮਾਉਂਦੇ ਰੋਜ਼ ਦਾ। ਉਹਦਾ ਮਸਾਂ ਕੋ ਹਾਂਡੀ ਰੋਟੀ ਦਾ ਸਿਲਸਿਲਾ ਚੱਲਦਾ ਵਾ, ਅਤੇ ਉਹ ਆਪਣਾ ਵਕਤ ਗੁਜ਼ਾਰਾ ਕਰਦੇ ਹਾਂ। ਯਾਨੀ ਕਿਸੇ ਦੀ ਕਮੀ ਖੁਸ਼ੀ 'ਤੇ ਨਹੀਂ ਜਾ ਸਕਦੇ। ਅਸੀਂ ਘਰ ਦਾ ਹੀ ਮਸਾਂ ਨਿਜ਼ਾਮ ਚਲਾ ਸਕਦੇ ਹਾਂ। ਬਿਜਲੀ ਦਾ ਬਿੱਲ ਆਉਂਦਾ, ਜੇ 1 ਮਹੀਨਾ ਲੇਟ ਹੋ ਜਾਂਦਾ, ਅਗਲੇ ਮਹੀਨੇ 5-7 ਹਜ਼ਾਰ ਰੁਪਈਆ ਬਣ ਜਾਂਦਾ ਵਾ। ਉਹ ਫਿਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਪੂਰਾ ਕੀਤਾ ਜਾਂਦਾ ਵਾ। ਉਹ ਆਨਾ ਟਕਾ ਰੱਖ ਕੇ, ਜਾਂ ਕਿਸੇ ਦੀ ਕਮੀ ਤਾਂ ਹੋਵੇ ਅਤੇ ਜਾਂ ਫਿਰ ਬਿਜਲੀ ਦਾ ਬਿੱਲ ਤਾਰ ਲਵੇ। ਬੱਚੇ ਤੁਹਾਡੇ ਕਿੰਨੇ ਨੇ? ਬੱਚੇ ਮਾਸ਼ਾਅੱਲਾ ਜੀ ਮੇਰੇ 8 ਨੇ, 2 ਧੀਆਂ ਨੇ, 6 ਬੱਚੇ ਨੇ, ਤੇ ਹੈ ਛੋਟੇ ਨੇ ਹਲੇ। ਛੋਟੇ ਬੱਚੇ ਨੇ? 8 ਬੱਚੇ ਨੇ ਤੁਹਾਡੇ, ਤੇ 2 ਬੱਚੇ ਨੇ, 6 ਬੱਚੀਆਂ ਨੇ, ਤੇ ਤੁਸੀਂ ਬੀਵੀ ਤੇ ਆਪਣਾ ਤੁਸੀਂ ਖੁਦ ਪਾ ਕੇ 10 ਜੀ ਘਰ ਦੇ ਬਣੇ? ਹਾਂ, 10 ਜੀ ਘਰ ਦੇ ਆ ਜੀ। 10 ਜੀਆਂ ਦਾ ਵੇਖੋ ਹਿਸਾਬ ਕਰ ਲਓ ਵੀ ਕਿਹੜਾ ਨਿਜ਼ਾਮ ਚੱਲਦਾ ਕਿਵੇਂ ਨੇ। 2 ਬੱਚੇ ਨੂੰ ਮਾੜਾ ਚੰਗਾ ਨਾਲ ਕਮਾਉਣ ਡਿਆ ਪਏ ਨੇ, ਤਾਂ ਕੋ ਮਾੜਾ ਮੋਟਾ ਕੋ ਸਾਹ ਨਿਕਲਿਆ ਵਾ, ਨਹੀਂ ਤੇ ਨਹੀਂ ਨਿਕਲਦਾ। ਔਖੀ ਗੱਲ ਆ। ਤੇ ਬੀਵੀ ਵੀ ਤੁਹਾਡੀ ਕੋਈ ਕੰਮ ਕਰਦੀ? ਬੀਵੀ ਬਿਮਾਰ ਆ, ਘਰ ਪਈ ਆ। ਉਹਦਾ ਮੈਂ 2ਵੇਂ ਦਿਨ 3ਵੇਂ ਦਿਨ ਉਹਦਾ ਇਲਾਜ ਵਾਸਤੇ ਪੈਸਾ ਟਕਾ ਕਿਤੇ ਉੱਧਰੋਂ ਫੜਾ ਕੇ ਉਹਦੇ ਉੱਤੇ ਮੈਂ ਲਾਉਣਾ ਵਾ। ਅਤੇ ਉਹ ਅੱਲਾਹ ਤਾਲਾ ਨੂੰ ਜ਼ਿੰਦਗੀ ਦੇ, ਮੇਰਾ ਘਰ ਬਾਰ ਉਹਦੇ ਨਾਲ ਹੀ ਬਣਦਾ ਵਾ, ਬਸਦਾ ਵਾ। ਤੇ ਉਹਨਾਂ ਨੂੰ ਕੀ ਬਿਮਾਰੀ ਹੈ? ਉਹ ਜੇ ਟਾਈਫਾਇਡ ਬਿਮਾਰ ਸੀਗਾ, ਖੂਨ ਦੀ ਕਮੀ ਪੈਦਾ ਹੋ ਗਈ ਸੀ ਉਹਨੂੰ ਬਹੁਤ ਜ਼ਿਆਦਾ। ਯਾਨੀ 3 ਪੁਆਇੰਟ ਯਾਨੀ 3 HP ਖੂਨ ਰਹਿ ਗਿਆ ਸੀ ਉਹਦੇ 'ਚ। ਅਤੇ ਉਹ ਫਿਰ ਭੱਜ ਨੱਸ ਕਰਕੇ ਕਦੀ ਉੱਧਰ, ਕਦੀ ਉਹਦੇ ਕੋਲ ਲਿਆ, ਕਦੀ ਉਹਦੇ ਕੋਲ ਮੰਗ, ਕਦੀ ਉਹਦੇ ਕੋਲ ਮੰਗ। ਉਹ ਆਪਣਾ ਨਾ ਇਸ ਤਰੀਕੇ ਦੇ ਨਾਲ ਫਿਰ ਉਹਦਾ ਅਸੀਂ ਇਲਾਜ ਕਰਾਉਂਦੇ ਰਹੇ ਹਾਂ। ਇਹ ਨਹੀਂ ਕਿ ਪ੍ਰਾਈਵੇਟ ਵੀ ਨਹੀਂ ਕਰਾਇਆ, ਸਰਕਾਰੀ ਵੀ ਲੈ ਕੇ ਜਾਂਦੇ ਰਹੇ ਹਾਂ। ਉਹ ਵੀ ਤਾਮਨ ਕਰਦੇ ਰਹੇ ਨੇ, ਉਹ ਦੂਜਿਆਂ ਨੇ ਵੀ ਤਾਮਨ ਕੀਤਾ ਗਰੀਬ ਬੰਦਾ ਸਮਝ ਕੇ। ਅਤੇ ਬਹਰਹਾਲ ਹੁਣ ਮੇਰੇ ਕੋਲ ਨਹੀਂ ਇੰਨਾ ਪਸਰੀ ਹੈ ਵੀ ਜਿਹੜਾ ਮੈਂ ਉਹਦਾ ਇਲਾਜ ਕਰਾਵਾਂ। ਹੁਣ ਤੁਸੀਂ ਉਹਦਾ ਇਲਾਜ ਨਹੀਂ ਕਰਾ ਰਹੇ, ਤੇ ਉਹ ਪਸਲੀ ਤੁਸੀਂ ਦੱਸਿਆ ਕਿ ਨਹੀਂ ਹੁਣ ਹੈ, ਤੇ ਫਿਰ ਉਹ ਕਿਸ ਤਰ੍ਹਾਂ ਮਤਲਬ ਹੈ ਕਿ ਉਹਨਾਂ ਨੂੰ ਆਰਾਮ ਆਏਗਾ? ਉਹ ਤਕਰੀਬਨ ਇਹ ਆ ਵੀ ਸਰਕਾਰੀ ਹਸਪਤਾਲਾਂ 'ਚ ਦਵਾਈ ਲੈ ਲੈਂਦੇ ਆ। ਕੋਈ ਬੰਦੇ ਕਿਸੇ ਕੋਈ ਤਗੜੇ ਕੋਲ ਚਲੇ ਜਾਂਦੇ ਆ, ਕੋਈ ਸਾਡੀ ਉਹ ਮਦਦ ਕਰ ਦਿੰਦਾ ਵਾ। ਇਸ ਹਿਸਾਬ ਨਾਲ ਕੋਈ ਉੱਥੇ ਪੈਸਾ ਟਕਾ ਹੀ ਲਾ ਲੈਂਦੇ ਆ। ਤੇ ਘਰ ਹੁਣ ਤੁਸੀਂ ਆਟਾ, ਚੀਨੀ, ਇਹ ਉਹ ਚੀਜ਼ਾਂ ਉਹ ਤਕਰੀਬਨ ਜੀ ਆ ਜਿਹੜਾ ਮੈਂ ਪਾਲਿਸ਼ ਕਰਦਾ ਵਾਂ, ਇਹਦੇ ਨਾਲ ਕੋਈ ਪੱਤੀ, ਕੋਈ ਮਿੱਠਾ, ਕੋਈ ਦੁੱਧ, ਕੋੜਾ ਪਰਾ ਜੀ, ਇਹੋ ਜਿਹੀਆਂ ਛਾਵਾਂ ਆ ਜਾਂਦੀਆਂ ਨੇ। ਵੱਡੀ ਦੇ ਹੀ ਪਕਾਉਂਦੇ ਆ ਜਦੋਂ ਲੋਕ ਕੁਰਬਾਨੀਆਂ ਕਰਦੇ ਨੇ। ਉਦੋਂ ਤੋਂ ਬਾਅਦ ਫਿਰ ਕਿਤੇ ਸਾਲ ਬਾਅਦ ਵੇਖਣਾ ਹੁੰਦਾ ਵਾ। ਜਾਂ ਗੋਸ਼ਤ ਤੁਸੀਂ ਈਦ ਹੀ ਦੇਖਦੇ ਹੋ? ਈਦ ਦੀ ਪਕਾਉਂਦੇ ਆ ਜੀ। ਜਿਉਂ ਦੀ ਮਹਿੰਗਾਈ ਹੋਈ ਆ, ਮਹਿੰਗਾਈ ਦੀ ਵਜ੍ਹਾ ਤੋਂ ਕਰਕੇ ਲੋਕ ਕਈ ਚੀਜ਼ਾਂ ਛੱਡ ਗਏ ਨੇ ਖਾਣੀਆਂ। ਕਈ ਬੰਦੇ ਸਿਗਰਟ ਪੀਣੋਂ ਹਟ ਗਏ ਨੇ, ਕਿ ਸਿਗਰਟਾਂ ਜਿਹੜੀ 30 ਰੁਪਏ ਦੀ ਡੱਬੀ ਸੀ ਉਹ 150 ਦੀ ਕਰਤੀ ਆ, ਜਿਹੜੀ 150 ਵਾਲੀ ਉਹ 300 ਦੀ ਕਰਤੀ ਆ, ਜਿਹੜੀ 250 ਦੀ ਆਉਂਦੀ ਸੀ ਉਹ 500 ਰੁਪਏ ਦੀ ਡੱਬੀ ਸਿਗਰਟਾਂ ਦੀ ਹੋ ਗਈ ਆ। ਅਤੇ ਲਿਹਾਜ਼ਾ ਇਹ ਕਿ ਗੁਜ਼ਾਰਿਸ਼ ਕੀਤੀ ਜਾਂਦੀ ਕਿ ਗਰੀਬ ਬੰਦੇ ਦੀ ਕੋਈ ਮਦਦ ਹੋਣੀ ਚਾਹੀਦੀ ਹੈ। ਕੀ ਇਮਦਾਦ ਤੁਹਾਡੀ ਹੋਣੀ ਚਾਹੀਦੀ? ਬਹਰਹਾਲ ਜੋ ਵੀ ਦੁਨੀਆ ਕਰਦੀ ਆ, ਕੋਈ ਵੀ ਬੰਦਾ ਕਰ ਸਕਦਾ ਮਾੜੇ ਬੰਦੇ ਦੀ। ਅਤੇ ਠੀਕ ਆ, ਅੱਲਾ ਦਾ ਸ਼ੁਕਰ ਆ ਲੱਖ ਵਾਰੀ ਵੀ ਤੁਰੇ ਫਿਰਦੇ ਹਾਂ। ਅਤੇ ਇੰਨੀ ਗੁੰਜਾਇਸ਼ ਨਹੀਂ ਆ ਵੀ ਕਿਸੇ ਦੀ ਮਰਗ 'ਤੇ ਜਾਈਏ ਜਾਂ ਕਿਸੇ ਦੀ ਕਮੀ ਖੁਸ਼ੀ 'ਤੇ ਜਾਈਏ। ਜੇ ਜਾਂਦੇ ਹਾਂ ਤਾਂ ਮੁੜ ਕੇ ਆਉਣ ਜੋਗੇ ਨਹੀਂ ਰਹਿੰਦੇ ਉੱਥੋਂ। ਆਹ ਰੌਲਾ ਬਣਿਆ जी ਉੱਥੇ। इस महंगाई के दौर में आपने इस मेहनत कश की बातें सुनी हैं। इसका यही कहना है कि ये जूते पॉलिश करके अपनी गुजरकाफ करता है, जिसमें से इसका कहना है कि रोज़ाना 500 से 700 तक ये कमा लेता है।
लेकिन 500-700 से 10 अफराद की इनकी फैमिली है, तो उससे उनकी गुज़र-वक़ाफ़ बहुत मुश्किल हो रही है। तो इसका यही कहना है कि हुकूमत गरीबों का वो एहसास करे या फिर मुखय्यर हज़रात इन लोगों का ख्याल करें। तो इनका यही कहना है कि महंगाई अगर कम हो जाए तो इनकी गुज़र-वक़ाफ़ आसानी से हो सकती है। तो नाज़रीन, देखते रहें, क्योंकि कोई देखे ना देखे खलील तो देखेगा। इसी के साथ ही अपने मेज़बान खलील अहमद सज्जाद को इजाज़त दीजिए। अल्लाह निगहबान।